ਦੋਸਤੋ ਅਮਰੀਕਾ 'ਚ ਰਹਿਣ ਵਾਲੇ ਹਰ ਬੱਚੇ ਦੀ ਇਹ ਖੁਆਇਸ਼ ਹੁੰਦੀ ਹੈ ਕਿ ਅਸੀਂ ਜਲਦ ਤੋਂ ਜਲਦ ਆਪਣੇ ਮਾਪਿਓ ਨੂੰ ਅਮਰੀਕਾ ਇਮੀਗ੍ਰੇਸ਼ਨ ਕਰਾ ਕੇ ਬੁਲਾਈਏ ਤਾਂ ਕਿ ਉਹ ਵੀ ਸਾਡੇ ਨਾਲ ਇੱਥੇ ਰਹਿਣ, ਇਹ ਚੀਜ਼ਾਂ ਨੂੰ ਇੰਜੋਏ ਕਰਨ, ਇਹ ਨਵੀਂ ਦੁਨੀਆ ਦੇਖਣ। ਹੁਣ ਕਿਹੜੇ ਬੱਚੇ ਮਾਪਿਓ ਨੂੰ ਬੁਲਾ ਸਕਦੇ ਨੇ, ਕਿਹੜੇ ਡਾਕੂਮੈਂਟਸ ਲੱਗਣੇ ਨੇ, ਕਿਹੜੇ ਫਾਰਮ ਫਿਲ ਹੋਣੇ ਨੇ, ਕਿੰਨਾ ਟਾਈਮ ਲੱਗਣਾ, ਇੰਟਰਵਿਊ 'ਚ ਕੀ ਸਵਾਲ ਹੋਣਾ ਹੈ, ਇਹ ਸਾਰੀਆਂ ਗੱਲਾਂ A ਤੋਂ ਲੈ ਕੇ Z ਤੱਕ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਣਾ ਹੈ। ਇਸ ਤੋਂ ਬਾਅਦ ਤੁਹਾਨੂੰ ਕਿਸੇ ਕੋਲੋਂ ਪੁੱਛਣ ਦੀ ਜ਼ਰੂਰਤ ਨਹੀਂ ਰਹੇਗੀ, ਸਿਰਫ ਤੁਸੀਂ ਪ੍ਰੋਸੈਸ ਹੀ ਸ਼ੁਰੂ ਕਰਨਾ ਹੋਏਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਦੋਸਤੋ ਤੇ ਪਹਿਲੀ ਬੁਨਿਆਦੀ ਗੱਲ ਯਾਦ ਰੱਖੋ ਕਿ ਸਿਰਫ ਔਰ ਸਿਰਫ ਸਿਟੀਜ਼ਨ ਆਪਣੇ ਪੈਰੈਂਟਸ ਨੂੰ ਬੁਲਾ ਸਕਦਾ ਹੈ। ਗ੍ਰੀਨ ਕਾਰਡ ਵਾਲਾ ਆਪਣੇ ਪੈਰੈਂਟਸ ਨੂੰ ਸਪਾਂਸਰ ਨਹੀਂ ਕਰ ਸਕਦਾ। ਔਰ ਸਿਟੀਜ਼ਨ ਕਿਦੋਂ ਕਰ ਸਕਦਾ ਹੈ? ਜਿਸ ਦਿਨ ਉਹ ਓਥ ਚੁੱਕਦਾ ਹੈ, ਉਹਨੂੰ ਉਹ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਮਿਲਦਾ, ਉਸ ਤੋਂ 1 ਘੰਟੇ ਬਾਅਦ 5 ਮਿੰਟ ਬਾਅਦ ਵੀ ਅਪਲਾਈ ਕਰ ਸਕਦਾ, ਕਿਉਂਕਿ ਉਹਨੂੰ ਸਿਰਫ ਸਬੂਤ ਚਾਹੀਦਾ ਸਿਟੀਜ਼ਨਸ਼ਿਪ ਦਾ। ਔਰ ਉਹ ਜਿਹੜਾ ਸਰਟੀਫਿਕੇਟ ਹੈ ਉਹ ਸਬੂਤ ਹੈ। ਇਹ ਜ਼ਰੂਰੀ ਨਹੀਂ ਕਿ ਤੁਹਾਡਾ ਪਾਸਪੋਰਟ ਬਣੇਗਾ ਤੇ ਤੁਸੀਂ ਅਪਲਾਈ ਕਰਨਾ ਹੈ ਜਾਂ ਕੋਈ ਟਾਈਮ ਲਿਮਿਟ ਹੈ, ਕੋਈ ਟਾਈਮ ਲਿਮਿਟ ਨਹੀਂ ਗੀ, ਉਹ ਤੁਸੀਂ ਅਪਲਾਈ ਕਰ ਸਕਦੇ ਹੋ। ਇੱਕ ਹੋਰ ਬੁਨਿਆਦੀ ਗੱਲ ਯਾਦ ਰੱਖੋ ਕਿ ਜਿਹੜੇ ਪੈਰੈਂਟਸ ਨੇ, ਵਾਲਦੈਨ ਨੇ, ਮਾਂ ਪਿਓ ਨੇ, ਉਹਨਾਂ ਦੇ ਵੀਜ਼ੇ ਦਾ ਕੋਈ ਕੋਟਾ ਨਹੀਂ ਹੁੰਦਾ, ਓਪਨ ਕੋਟਾ। ਜਿੰਨੇ ਮਰਜ਼ੀ ਪੈਰੈਂਟਸ ਅਮਰੀਕਾ ਆਉਣ, ਜਿਸ ਨਾਲ ਜਿੰਨੀਆਂ ਮਰਜ਼ੀ ਬੀਵੀਆਂ ਆ ਸਕਦੀਆਂ ਨੇ, ਯਾਨੀ ਕਿ ਤੁਸੀਂ ਜਾਂ ਸ਼ੋਹਰ ਬੁਲਾ ਸਕਦੇ ਹੋ, ਇਸ ਤਰ੍ਹਾਂ ਹੀ ਪੈਰੈਂਟਸ ਵੀ ਆ ਸਕਦੇ ਨੇ, ਕੋਈ ਮਸਲਾ ਨਹੀਂ। ਆ ਗਿਆ ਜੀ ਹੁਣ ਅਗਲਾ ਮਰਹਲਾ, ਠੀਕ ਹੋ ਗਿਆ ਜੀ, ਸਾਰਾ ਕੁਝ ਪੂਰਾ ਹੋ ਗਿਆ, ਸਿਟੀਜ਼ਨਸ਼ਿਪ ਮਿਲ ਗਈ। ਹੁਣ ਕਿਹੜਾ ਫਾਰਮ ਫਿਲ ਕਰਨਾ ਹੈ? ਇੱਕ ਫਾਰਮ I-130, ਸਿਰਫ ਇੱਕ ਫਾਰਮ ਹੈ, ਉਹਨੂੰ ਪਟੀਸ਼ਨ ਕਹਿੰਦੇ ਨੇ। ਤੁਸੀਂ ਪਟੀਸ਼ਨ ਦਾ ਲਫ਼ਜ਼ ਬੜਾ ਸੁਣਦੇ ਹੋ, ਪਟੀਸ਼ਨ ਪਟੀਸ਼ਨ, ਉਹ ਪਟੀਸ਼ਨ ਹੈ। ਉਹ ਪਟੀਸ਼ਨ ਤੁਸੀਂ ਫਿਲ ਕਰਨੀ ਹੈ। ਉਹਦੇ ਨਾਲ ਤੁਹਾਡੇ ਡਾਕੂਮੈਂਟਸ ਲੱਗਣੇ ਨੇ, ਉਹੀ ਜਿਹੜਾ ਤੁਹਾਨੂੰ ਮਿਲਿਆ ਸਿਟੀਜ਼ਨਸ਼ਿਪ ਦਾ ਪ੍ਰੂਫ, ਉਹਦੀ ਕਾਪੀ ਨਾਲ ਤੁਹਾਡੇ ਬਰਥ ਸਰਟੀਫਿਕੇਟ ਦੀ ਕਾਪੀ। ਇਹ ਗੱਲ ਹੋ ਰਹੀ ਹੈ ਪਟੀਸ਼ਨਰ ਦੀ, ਜਿਹੜਾ ਅਮਰੀਕਾ ਬੈਠਾ ਬੱਚਾ, ਉਹਦੀ ਨਾਲ ਤੁਹਾਡਾ ਰੈਜ਼ੀਡੈਂਟ ਦਾ ਸਬੂਤ, ਤੇ ਜਨਾਬ ਫਾਰਮ ਫਿਲ ਹੋ ਗਿਆ। ਨਾਲ ਤੁਸੀਂ ਉਸੇ ਫਾਰਮ ਦੇ ਨਾਲ ਆਪਣੇ ਪੈਰੈਂਟਸ ਦੀਆਂ ਵੀ ਤਾਂ ਕਾਗਜ਼ ਲਾਣੇ ਨਾ, ਉਹਨਾਂ ਦੀ ਪਾਸਪੋਰਟ ਦੀ ਕਾਪੀ, ਉਹਨਾਂ ਦੇ ਸਭ ਤੋਂ ਇੰਪੋਰਟੈਂਟ ਕਾਗਜ਼ ਉਹਨਾਂ ਦਾ ਬਰਥ ਸਰਟੀਫਿਕੇਟ। ਬਰਥ ਸਰਟੀਫਿਕੇਟ ਦੋਵਾਂ ਪਾਰਟੀਆਂ ਦਾ ਕਿਉਂ ਜ਼ਰੂਰੀ ਹੈ? ਕਿਉਂਕਿ ਬਰਥ ਸਰਟੀਫਿਕੇਟ ਹੀ ਤਾਂ ਦੱਸੇਗਾ ਕਿ ਇਹ ਤੁਹਾਡੇ ਪੈਰੈਂਟਸ ਨੇ, ਤੇ ਉਹ ਪੈਰੈਂਟ ਦੱਸੇਗਾ ਕਿ ਇਹ ਤੁਹਾਡੇ ਬੱਚੇ ਨੇ। ਇਸ ਵਾਸਤੇ ਬਰਥ ਸਰਟੀਫਿਕੇਟ ਬਹੁਤ ਇੰਪੋਰਟੈਂਟ ਔਰ ਇੰਗਲਿਸ਼ 'ਚ ਹੋਣੇ ਚਾਹੀਦੇ ਨੇ। ਤੁਹਾਡੇ ਪੈਰੈਂਟਸ ਦੀ ਮੈਰਿਜ ਸਰਟੀਫਿਕੇਟ, ਅਗਰ ਤਲਾਕ ਹੋ ਗਈ ਤਾਂ ਡਿਵੋਰਸ ਸਰਟੀਫਿਕੇਟ, ਅਗਰ ਦੁਬਾਰਾ ਸ਼ਾਦੀ ਕਰ ਲਈ ਤਾਂ ਨਵਾਂ ਮੈਰਿਜ ਸਰਟੀਫਿਕੇਟ, ਅਗਰ ਕਿਸੇ ਦੀ ਡੈਥ ਹੋ ਗਈ ਤਾਂ ਉਹਦਾ ਡੈਥ ਸਰਟੀਫਿਕੇਟ। ਇਹ ਸਾਰੇ ਕਾਗਜ਼ ਨਾਲ ਲੱਗਣੇ ਨੇ ਤੇ ਤੁਸੀਂ I-130 ਜਮ੍ਹਾਂ ਕਰਵਾ ਦੇਣਾ। ਬਹੁਤ ਥੋੜੇ ਡਾਕੂਮੈਂਟਸ ਹੁੰਦੇ ਨੇ। ਮਾਂ ਪਿਓ ਦਾ ਜਿਹੜਾ ਪ੍ਰੂਫ ਹੈ ਨਾ, ਉਹ ਬਰਥ ਸਰਟੀਫਿਕੇਟ ਹੈਗਾ ਜੀ। ਬਰਥ ਸਰਟੀਫਿਕੇਟ ਸਭ ਤੋਂ ਇੰਪੋਰਟੈਂਟ ਪ੍ਰੂਫ ਹੈਗਾ ਜੀ ਮਾਂ ਪਿਓ ਵਾਸਤੇ। ਉਹ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਤੇ, ਪਹਿਲਾ ਤੁਹਾਨੂੰ ਜਿਹੜਾ ਕਾਗਜ਼ ਆਣਾ ਨਾ, ਉਹ I-797 ਆਣਾ ਹੈ, ਐਕਨੋਲੇਜਮੈਂਟ ਰਸੀਟ, ਕਿ ਲਓ ਜੀ ਤੁਹਾਡੇ ਡਾਕੂਮੈਂਟ ਸਾਨੂੰ ਮਿਲ ਗਏ ਨੇ, ਹੁਣ ਅਸੀਂ ਇਹ ਡਾਕੂਮੈਂਟ ਤੇ ਕੰਮ ਕਰਾਂਗੇ ਤੇ ਤੁਹਾਨੂੰ ਦੱਸਾਂਗੇ। ਫਿਰ ਅਗਲਾ ਡਾਕੂਮੈਂਟ ਜਿਹੜਾ ਤੁਹਾਨੂੰ ਲੈਟਰ ਆਣਾ ਨਾ, ਉਹ ਆਣਾ ਜਨਾਬ ਤੁਹਾਡਾ I-130, ਜਿਹੜੀ ਪਟੀਸ਼ਨ ਜਮ੍ਹਾਂ ਕਰਾਈ ਹੈ ਨਾ, ਉਹਦੀ ਅਪਰੂਵਲ, ਕਿ ਜੀ ਅਸੀਂ ਤੁਹਾਡੀ ਅਪਰੂਵ ਕਰ ਲਈਏ ਔਰ ਕੇਸ ਤੁਹਾਡਾ NVC ਨੈਸ਼ਨਲ ਵੀਜ਼ਾ ਸੈਂਟਰ ਨੂੰ ਭੇਜ ਦਿੱਤਾ ਹੈ। ਫਿਰ ਨੈਸ਼ਨਲ ਵੀਜ਼ਾ ਸੈਂਟਰ ਨੂੰ ਤੁਹਾਨੂੰ ਇੱਕ ਵੈਲਕਮ ਲੈਟਰ ਆਣਾ ਹੈ। ਉਹਦੇ ਵਿੱਚ ਕੀ ਹੋਣਾ ਹੈ? ਉਹਨਾਂ ਨੇ ਤੁਹਾਨੂੰ ਇੱਕ ਇਨਵਾਇਸ ਨੰਬਰ, ਇੱਕ ਕੇਸ ਨੰਬਰ ਦੇਣਾ ਹੈ, ਤੇ ਨਾਲ ਇੱਕ ਵੈਬਸਾਈਟ ਦਾ ਉਹਨਾਂ ਤੁਹਾਨੂੰ ਦੇਣਾ ਹੈ ਲਿੰਕ। ਉਹਨਾਂ ਕਹਿਣਾ ਜੀ ਇਹ ਲਿੰਕ ਜੇ, ਇਹਨੂੰ ਖੋਲੋ, ਇਹ ਕੇਸ ਨੰਬਰ ਤੇ ਇਨਵਾਇਸ ਨੰਬਰ ਯੂਜ਼ ਕਰੋ ਔਰ ਆਪਣਾ ਅਕਾਊਂਟ ਬਣਾਓ। ਤੁਸੀਂ ਜਦੋਂ ਅਕਾਊਂਟ ਬਣਾਓਗੇ ਤੇ ਉਸ ਤੋਂ ਬਾਅਦ ਅੱਗੇ 2 ਫਾਰਮ ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ, DS-260 ਤੇ I-864। ਮੇਰਾ ਉਰਦੂ ਵਾਲਾ ਜਿਹੜਾ ਚੈਨਲ ਹੈ ਨਾ, ਹਿੰਦੀ ਵਾਲਾ, ਉਹਦੇ 'ਚ ਮੈਂ DS-160 ਕਹਿ ਗਿਆ, ਬੇਸਿਕਲੀ ਇਹ DS-260 ਫਾਰਮ, ਨਾਲ I-864 ਐਫੀਡੇਵਿਟ ਆਫ ਸਪੋਰਟ। ਤੁਸੀਂ ਉਹਨਾਂ ਨੂੰ ਕਲਿੱਕ ਕਰੋਗੇ ਤੇ ਉਹਨਾਂ ਨੇ ਨਹੀਂ ਜੇ ਖੁੱਲਣਾ, ਉਹ ਲੌਕ ਨੇ। ਉਹ ਲੌਕ ਕਿਸ ਨਾਲ ਖੁੱਲਣਾ ਹੈ? ਉਹਨਾਂ ਦੋਵਾਂ ਦੀ ਫੀਸ ਜਮ੍ਹਾਂ ਕਰਵਾ ਕੇ। ਆਨਲਾਈਨ ਤੁਸੀਂ ਉਹਨਾਂ ਦੋਵਾਂ ਦੀ ਫੀਸ ਜਮ੍ਹਾਂ ਕਰਵਾਓਗੇ, ਉਹਨਾਂ ਦੇ ਲੌਕ ਖੁੱਲ ਜਾਣਗੇ। 24 ਘੰਟੇ 48 ਘੰਟੇ ਜਿੰਨਾ ਵੀ ਟਾਈਮ ਲੱਗੇ, ਥੋੜਾ ਹੀ ਟਾਈਮ ਲੱਗਦਾ, ਜ਼ਿਆਦਾ ਨਹੀਂ ਲੱਗਦਾ, ਉਹ ਖੁੱਲ ਜਾਣਗੇ। ਤੁਸੀਂ ਫੌਰੀ ਤੌਰ ਤੇ DS-260 ਨੂੰ ਫਿਲ ਕਰਨਾ। ਔਰ ਉਹ ਫਿਲ ਕਿਹਦੇ ਵੱਲੋਂ ਹੋਏਗਾ? ਹੁਣ ਮਾਂ ਪਿਓ ਵੱਲੋਂ। ਹੁਣ ਆ ਗਿਆ ਮਾਂ ਪਿਓ ਦਾ ਨੰਬਰ। ਉਹ DS-260 ਫਾਰਮ ਤੁਸੀਂ ਫਿਲ ਕੀਤਾ, ਉਹਦੇ ਨਾਲ ਇੱਕ ਲਿਸਟ ਹੋਏਗੀ ਸਿਵਲ ਡਾਕੂਮੈਂਟਸ ਦੀ, ਕਿ ਇਹ ਡਾਕੂਮੈਂਟਸ ਵੀ ਨਾਲ ਅਪਲੋਡ ਕਰੋ। ਸਾਰਾ ਕੁਝ ਆਨਲਾਈਨ ਹੋ ਰਿਹਾ, ਕੋਈ ਕਾਗਜ਼ ਨਹੀਂ ਤੁਹਾਡੇ ਹੱਥ 'ਚ ਹੈਗਾ। ਇਹ ਤੁਸੀਂ ਜਨਾਬੇ ਵਾਲਾ ਉਹ ਸਾਰੇ ਡਾਕੂਮੈਂਟਸ ਉਹਦੇ 'ਚ ਅਪਲੋਡ ਕਰ ਦੇਣੇ ਨੇ। ਉਹਦੇ 'ਚ ਜ਼ਿਆਦਾ ਡਾਕੂਮੈਂਟਸ ਉਹੀ ਹੋਣੇ ਨੇ, ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਜਿਹੜੇ ਪਹਿਲੇ ਤੁਸੀਂ ਭੇਜੇ ਸਨ ਨਾ I-130, ਮੈਕਸੀਮਮ ਉਹ ਨੇ, ਲੇਕਿਨ ਕੁਝ ਨਵੇਂ ਵੀ ਆ ਸਕਦੇ ਨੇ। ਔਰ ਇੱਕ ਤੇ ਲਾਜ਼ਮੀ ਆਣਾ ਹੈ, ਜਿਹੜਾ ਸਭ ਤੋਂ ਇੰਪੋਰਟੈਂਟ ਹੈ ਇਸ ਸਟੇਜ ਦੇ ਉੱਤੇ, ਉਹ ਵੇ ਪੁਲਿਸ ਕਰੈਕਟਰ ਸਰਟੀਫਿਕੇਟ। ਤੁਸੀਂ ਪੁਲਿਸ ਕੋਲੋਂ ਜਿਹੜੇ ਸ਼ਹਿਰ, ਜਿਹੜੇ ਮੁਲਕ 'ਚ ਰਹਿੰਦੇ ਹੋ, ਪੁਲਿਸ ਕਰੈਕਟਰ ਸਰਟੀਫਿਕੇਟ ਲੈ ਕੇ ਦਿਓਗੇ, ਜਿਹੜਾ ਇਹਦੇ ਨਾਲ ਅਟੈਚ ਹੋਏਗਾ। ਇਹ ਮੁਕੰਮਲ ਹੋ ਗਿਆ DS-260। ਹੁਣ ਅਗਲਾ ਫਾਰਮ ਆ ਗਿਆ I-864 ਐਫੀਡੇਵਿਟ ਆਫ ਸਪੋਰਟ, ਜਿਹੜਾ ਹੁਣ ਬੱਚੇ ਨੇ ਦੇਣਾ, ਜਿਹੜਾ ਅਮਰੀਕਾ ਰਹਿੰਦਾ। ਇਹ ਫਾਰਮ ਫਿਲ ਨਹੀਂ ਕਰ ਸਕਦੇ ਇੱਥੇ, ਇਹ ਤੁਸੀਂ ਪਹਿਲੇ ਹੀ ਆਨਲਾਈਨ ਉਹਨੂੰ ਡਾਊਨਲੋਡ ਕਰਕੇ ਫਿਲ ਕਰਕੇ ਉੱਤੇ ਸਾਈਨ ਕਰਕੇ, ਉੱਤੇ ਸਾਈਨ ਹੁੰਦੇ ਨੇ, ਸਾਈਨ ਕਰਕੇ ਫਿਰ ਇੱਥੇ ਅਪਲੋਡ ਕਰਨਾ ਹੈ, ਯਾਨੀ ਅਟੈਚ ਕਰਨਾ ਹੈ। PDF ਦੀ ਸ਼ਕਲ ਦੇ ਵਿੱਚ ਤੁਸੀਂ ਉਹਨੂੰ ਅਟੈਚ ਕਰ ਦੇਣਾ। ਉਹਦੇ ਨਾਲ ਵੀ ਫਿਰ ਉਹਨੇ ਤੁਹਾਨੂੰ ਕਹਿਣਾ ਕਿ ਡਾਕੂਮੈਂਟਸ ਦੇ। ਉਹ ਬੜੇ ਇੰਪੋਰਟੈਂਟ ਡਾਕੂਮੈਂਟਸ ਨੇ। ਤੁਹਾਡੀ ਟੈਕਸ ਰਿਟਰਨ ਦੀ ਟ੍ਰਾਂਸਕ੍ਰਿਪਟ 3 ਸਾਲ ਦੀ, ਨਾਲ ਤੁਹਾਡਾ ਜਨਾਬ FW2, ਅਗਰ ਤੁਸੀਂ ਜੌਬ ਕਰਦੇ ਹੋ, ਬਿਜ਼ਨਸ ਕਰਦੇ ਹੋ, 1099, ਇਹ ਸਾਰੇ ਸਬੂਤ, ਜਾਂ ਅਗਰ ਇਸ ਤੋਂ ਇਲਾਵਾ ਵੀ ਕੋਈ ਸਬੂਤ ਮੰਗੇ ਤੇ ਉਹ ਤੁਸੀਂ ਨਾਲ ਲਾ ਕੇ ਇਸ ਦੋਵੇਂ ਫਾਰਮ, ਸਾਰੇ ਡਾਕੂਮੈਂਟਸ ਸੈਂਡ ਕਰ ਦੇਣੇ ਨੇ। ਸਾਰਾ ਕੁਝ ਆਨਲਾਈਨ ਹੋ ਰਿਹਾ। ਸੈਂਡ ਹੋ ਗਏ
ਸੈਂਡ ਹੋਣ ਤੋਂ ਬਾਅਦ ਤੁਹਾਨੂੰ ਤੁਸੀਂ ਚੈੱਕ ਕਰਦੇ ਰਹਿਣਾ ਇਨਬਾਕਸ ਦੇ ਵਿੱਚ ਕਈ ਦਫਾ ਆ ਜਾਂਦਾ ਕਿ ਵੀ ਇਹ ਤੇਰਾ ਕਾਗਜ਼ ਘੱਟ ਹੈ ਜਾਂ ਸਹੀ ਨਹੀਂ ਹੈ ਉਹ ਚੈੱਕ ਕਰਨਾ 2 3 4 ਦਿਨ 5 ਦਿਨ ਬਾਅਦ ਅਗਰ ਆ ਗਿਆ ਤਾਂ ਠੀਕ ਹੈ ਉਹਨੂੰ ਚੇਂਜ ਕਰ ਦੇਣਾ ਸਹੀ ਕਰ ਦੇਣਾ ਕੋਈ ਮਸਲਾ ਨਹੀਂ ਤੇ ਤੁਹਾਨੂੰ ਫਿਰ ਕੁਝ ਦੇਰ ਬਾਅਦ ਇੱਕ ਮੈਸੇਜ ਆਏਗਾ ਜਾਂ ਲੈਟਰ ਆਏਗਾ ਜਾਂ ਜੋ ਵੀ ਤੁਹਾਨੂੰ ਆਏਗਾ ਕਿ ਬਈ ਤੁਹਾਡੇ ਡਾਕੂਮੈਂਟਸ ਅਪਰੂਵਡ ਹੋ ਗਏ ਨੇ ਹੁਣ ਇਹ ਇੰਟਰਵਿਊ ਵਾਸਤੇ ਰੈਡੀ ਨੇ ਹੁਣ ਅਸੀਂ ਤੁਹਾਨੂੰ ਕਾਲ ਕਰਾਂਗੇ ਇੰਟਰਵਿਊ ਦੀ ਅਗਲਾ ਜਿਹੜਾ ਲੈਟਰ ਅਗਲਾ ਮੈਸੇਜ ਆਣਾ ਉਹ ਇੰਟਰਵਿਊ ਦਾ ਆਣਾ ਬਾਕੀ ਤੁਹਾਡਾ ਸਭ ਪੂਰਾ ਹੁਣ ਤੁਸੀਂ ਟੈਨਸ਼ਨ ਫਰੀ ਹੋ ਜਾਓ ਹੁਣ ਤੁਸੀਂ ਇੰਟਰਵਿਊ ਦਾ ਵੇਟ ਕਰਨਾ ਇੰਟਰਵਿਊ ਦੇ ਉੱਤੇ ਫਿਰ ਜਦੋਂ ਤੁਹਾਡੀ ਕਾਲ ਆਣੀ ਨਾਲ ਤੁਹਾਨੂੰ ਕਹਿਣਾ ਜੀ ਹੁਣ ਆਪਣਾ ਮੈਡੀਕਲ ਕਰਾ ਕੇ ਲਿਆਣਾ ਮੈਡੀਕਲ ਤੁਸੀਂ ਉੱਥੋਂ ਕਰਵਾਉਣਾ ਜਿਹੜੀ ਅੰਬੈਸੀ ਨੇ ਜਗ੍ਹਾ ਦੱਸਣੀ ਹੈ ਹਰ ਸ਼ਹਿਰ ਹਰ ਮੁਲਕ 'ਚ ਹੁੰਦੀਆਂ ਨੇ ਅਗਰ ਤੁਸੀਂ ਛੋਟੇ ਸ਼ਹਿਰ ਜਾਂ ਪਿੰਡ 'ਚ ਰਹਿੰਦੇ ਹੋ ਤਾਂ ਫਿਰ ਤੁਹਾਨੂੰ ਥੋੜਾ ਸਫ਼ਰ ਕਰਕੇ ਦੂਸਰੇ ਸ਼ਹਿਰ ਵੱਡੇ ਸ਼ਹਿਰ 'ਚ ਜਾਣਾ ਪਏਗਾ ਆਪਣੇ ਡਾਕਟਰ ਕੋਲ ਨਹੀਂ ਕਰਵਾਉਣਾ ਉਹਨਾਂ ਕੋਲ ਹੀ ਕਰਵਾਉਣਾ ਜਿਨ੍ਹਾਂ ਨੇ ਦਾ ਉਹ ਕਹਿਣਗੇ ਅੰਬੈਸੀ ਦੀ ਵੈਬਸਾਈਟ ਤੇ ਵੀ ਲਿਖਿਆ ਹੁੰਦਾ ਉੱਥੇ ਜਾਓਗੇ ਮੈਡੀਕਲ ਕਰਵਾਓਗੇ ਮੈਡੀਕਲ ਕਰਵਾ ਕੇ ਤੁਸੀਂ ਜਨਾਬ ਆਪਣੇ ਇੰਟਰਵਿਊ ਵਾਲੇ ਦਿਨ ਇੰਟਰਵਿਊ ਦੇਣ ਆਓਗੇ ਇੰਟਰਵਿਊ 'ਚ ਸਵਾਲ ਕੀ ਹੁੰਦੇ ਨੇ ਦੇਖੋ ਪਹਿਲੇ ਤੇ ਬੇਸਿਕ ਸਵਾਲ ਨੇ ਜਿਹੜੇ ਸਾਰਿਆਂ ਨੂੰ ਪਤਾ ਨੇ ਤੁਹਾਡਾ ਬੱਚੇ ਦਾ ਨਾਂ ਕੀ ਬੱਚਾ ਜਾਂ ਬੱਚੀ ਜੋ ਵੀ ਤੁਹਾਡੀ ਸਪਾਂਸਰ ਕਰ ਰਹੀ ਉਹਦਾ ਨਾਂ ਉਹਦਾ ਐਡਰੈਸ ਉਹਦੀ ਸ਼ਾਦੀ ਹੋਈ ਤੇ ਉਹਦੇ ਹਸਬੈਂਡ ਦਾ ਵਾਈਫ ਦਾ ਨਾਂ ਜਾਂ ਉਹਦੇ ਬੱਚਿਆਂ ਦਾ ਨਾਂ ਕੰਮ ਕੀ ਕਰਦੇ ਨੇ ਕਿਹੜੀ ਸਟੇਟ 'ਚ ਰਹਿੰਦੇ ਨੇ ਫੋਨ ਨੰਬਰ ਕੀ ਹੈ ਇਹ ਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਇਹ ਤੇ ਬੇਸਿਕ ਹੈਗੀਆਂ ਨੇ ਚੈੱਕ ਕਰਦੇ ਨਾ ਕੋਈ ਫਰਾਡ ਤੇ ਨਹੀਂ ਕਰ ਰਹੇ ਕੋਈ ਜਾਲੀ ਮਾਂ ਪਿਓ ਤੇ ਨਹੀਂ ਜਾ ਰਹੇ ਇਹੀ ਚੈੱਕ ਕਰਨਾ ਉਹਨਾਂ ਨਾਲ ਕੀ ਚੈੱਕ ਕਰਨਾ ਉਸ ਤੋਂ ਇਲਾਵਾ ਇੱਕ ਇੰਪੋਰਟੈਂਟ ਚੀਜ਼ ਇਹ ਜਿਹੜੀ ਉਹ ਅਕਸਰ ਪੁੱਛਦੇ ਨੇ ਕਿ ਤੁਹਾਡੇ ਬੱਚੇ ਨੇ ਕਿਸ ਨਾਲ ਗ੍ਰੀਨ ਕਾਰਡ ਲਿਆ ਸੀ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਬੱਚੇ ਨੂੰ ਕਿਸ ਬੇਸ ਦੇ ਉੱਤੇ ਗ੍ਰੀਨ ਕਾਰਡ ਮਿਲਿਆ ਸੀ ਇਹ ਹੋਣਗੇ ਫਿਰ ਤੁਹਾਡੇ ਕੋਲ ਤੁਹਾਡੇ ਸਵਾਲ ਹੋਣਗੇ ਤੁਹਾਡੀ ਇੱਥੇ ਕੀ ਜੌਬ ਸੀ ਕੀ ਬਿਜ਼ਨਸ ਸੀ ਤੁਹਾਡਾ ਕੀ ਕਿਉਂਕਿ ਇਹ ਨਵਾਂ ਸਿਸਟਮ ਚੱਲ ਰਿਹਾ ਨਾ ਪਬਲਿਕ ਚਾਰਜ ਦਾ ਉਹਦੇ ਵਿੱਚ ਚੈੱਕ ਕੀਤਾ ਜਾ ਰਿਹਾ ਇਹ ਤੁਹਾਡਾ ਸਾਰਾ ਕੁਝ ਚੈੱਕ ਹੋਏਗਾ ਹੁਣ ਦੇਖੋ ਅਗਰ ਤੁਹਾਡੇ ਸਾਰੇ ਡਾਕੂਮੈਂਟਸ ਉਹਨਾਂ ਨੂੰ ਅਪਰੂਵ ਹੋ ਗਏ ਤੁਹਾਨੂੰ ਨਾਲ ਹੀ ਲੈਟਰ ਦੇ ਦੇਣਗੇ ਅੱਜ ਕੱਲ ਦੀ ਗੱਲ ਕਰ ਰਿਹਾ ਵਾਂ ਕਿਉਂਕਿ ਅੱਜ ਕੱਲ ਪਾਕਿਸਤਾਨ ਤੇ ਪਾਸ ਲੱਗਾ ਇੰਡੀਆ ਦਾ ਪਾਸ ਨਹੀਂਗਾ ਇਸ ਵਾਸਤੇ ਇੰਡੀਆ ਨੂੰ ਇਹਦੇ ਤੇ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਹੋ ਸਕਦਾ ਕਿ ਤੁਹਾਡਾ ਪਾਸਪੋਰਟ ਰੱਖ ਲੈਣ ਜਾਂ ਤੁਹਾਡਾ ਮੈਂ ਹੁਣ ਜਰਨਲ ਗੱਲ ਕਰ ਰਿਹਾ ਪਾਸਪੋਰਟ ਰੱਖ ਲੈਣ ਜਾਂ ਪਾਸਪੋਰਟ ਵਾਪਸ ਕਰ ਦੇਣ ਔਰ ਕਹਿਣ ਜਦੋਂ ਪਾਸ ਖੁੱਲੇਗਾ ਉਦੋਂ ਤੁਹਾਨੂੰ ਅਸੀਂ ਬੁਲਾਵਾਂਗੇ ਇਹ ਪਾਕਿਸਤਾਨ ਦੀ ਗੱਲ ਇੰਡੀਆ ਦਾ ਹੋ ਸਕਦਾ ਕਿ ਪਾਸਪੋਰਟ ਰੱਖ ਲੈਣ ਕਿ ਜਦੋਂ ਤੁਹਾਨੂੰ ਵੀਜ਼ਾ ਲਾ ਕੇ ਅਸੀਂ ਤੁਹਾਨੂੰ ਭੇਜ ਦਾਂਗੇ ਪਾਕਿਸਤਾਨ ਦਾ ਹੋਏਗਾ ਫਿਲਹਾਲ ਜੋ ਸੂਰਤ-ਹਾਲ ਚੱਲ ਰਹੀ ਹੈ ਕਿ ਤੁਹਾਡਾ ਪਾਸ ਜਦੋਂ ਖੁੱਲੇਗਾ ਤੁਹਾਨੂੰ ਵੀਜ਼ਾ ਮਿਲ ਜਾਏਗਾ ਅਗਰ ਪਾਸ ਖੁੱਲਣ ਤੋਂ ਬਾਅਦ ਤੁਹਾਡਾ ਇੰਟਰਵਿਊ ਆਉਂਦਾ ਤੁਸੀਂ ਇਹ ਦੇਖਦੇ ਹੋ ਵੀਡੀਓ ਤੇ ਫਿਰ ਤੁਹਾਡਾ ਇੰਟਰਵਿਊ ਲੈ ਕੇ ਉਸੇ ਵੇਲੇ ਤੁਹਾਡਾ ਪਾਸਪੋਰਟ ਰੱਖ ਲਿਆ ਜਾਏਗਾ ਔਰ ਵੀਜ਼ਾ ਲਾ ਕੇ ਭੇਜਦਾ ਜਾਏਗਾ ਉੱਤੇ ਸਟੈਂਪ ਲੱਗ ਜਾਏਗੀ ਵੀਜ਼ੇ ਦੀ ਨਾਲ ਤੁਹਾਨੂੰ ਪੈਕਟ ਦਿੱਤਾ ਜਾਏਗਾ ਤੁਸੀਂ ਆ ਜਾਓਗੇ ਅਮਰੀਕਾ ਲੇਕਿਨ ਉਸ ਤੋਂ ਪਹਿਲੇ ਆਉਣ ਤੋਂ ਪਹਿਲੇ ਗ੍ਰੀਨ ਕਾਰਡ ਦੀ ਫੀਸ ਜਮ੍ਹਾਂ ਕਰਵਾ ਕੇ ਆਓਗੇ $200 ਸਮਥਿੰਗ ਹੋਗੀ ਉਹ ਤੁਸੀਂ ਜਮ੍ਹਾਂ ਕਰਵਾਉਣੀ ਹੈ ਫਿਰ ਗ੍ਰੀਨ ਕਾਰਡ ਘਰ ਆਣਾ ਜੀ ਨਹੀਂ ਤਾਂ ਉਸ ਨਾਲ ਗ੍ਰੀਨ ਕਾਰਡ ਨਹੀਂ ਆਣਾ ਗ੍ਰੀਨ ਕਾਰਡ ਕਿਹੜੇ ਘਰ ਆਣਾ ਅਮਰੀਕਾ ਵਾਲੇ ਘਰ ਪਾਕਿਸਤਾਨ 'ਚ ਇੰਡੀਆ 'ਚ ਦੁਬਈ ਜਿੱਥੇ ਵੀ ਤੁਸੀਂ ਰਹਿੰਦੇ ਉੱਥੇ ਕੁਝ ਨਹੀਂ ਆਣਾ ਹੁਣ ਤੁਸੀਂ ਅਮਰੀਕਾ ਪਹੁੰਚ ਗਏ ਹੋ ਤੁਹਾਡੇ ਕੋਲੋਂ ਸਟੈਂਪ ਲੱਗੀ ਏ 1 ਸਾਲ ਦਾ ਤੁਹਾਡਾ ਵੀਜ਼ਾ ਲਾ ਦਿੰਦੇ ਨੇ ਉਹ 1 ਸਾਲ ਤੁਸੀਂ ਯੂਜ਼ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਅੱਜ ਵੀਜ਼ਾ ਮਿਲਿਆ ਤਾਂ ਤੁਸੀਂ ਕੱਲ ਹੀ ਜਾਣਾ ਤੁਸੀਂ ਆਪਣੇ ਕੰਮ ਨਿਬੇੜ ਕੇ ਵੀ ਆ ਸਕਦੇ ਹੋ ਉੱਤੇ ਡੇਟ ਲਿਖੀ ਹੁੰਦੀ ਹੈ ਹਰ ਇੱਕ ਦੀ ਆਪਣੀ ਆਪਣੀ ਡੇਟ ਹੁੰਦੀ ਹੈ ਉਹ ਡੇਟ ਦੇ ਹਿਸਾਬ ਨਾਲ ਤੁਸੀਂ ਚੱਲਣਾ ਤੁਸੀਂ ਅਮਰੀਕਾ ਆ ਗਏ ਤੁਹਾਡਾ ਗ੍ਰੀਨ ਕਾਰਡ ਘਰ ਆ ਜਾਣਾ ਬਣ ਕੇ ਮਹੀਨੇ ਬਾਅਦ ਆਏ 15 ਦਿਨਾਂ ਬਾਅਦ 18 ਦਿਨਾਂ ਬਾਅਦ ਆਏ ਇਹਦਾ ਕੋਈ ਡੇਟ ਨਹੀਂ ਹੁੰਦੀ ਅਗਲਾ ਸਵਾਲ ਸੋਸ਼ਲ ਸਿਕਿਉਰਿਟੀ ਨੰਬਰ ਹੁਣ ਕਈ ਸਟੇਟਾਂ ਦੇ ਵਿੱਚ ਸੋਸ਼ਲ ਸਿਕਿਉਰਿਟੀ ਆਟੋਮੈਟਿਕ ਘਰ ਆ ਰਹੇ ਨੇ ਕਈਆਂ 'ਚ ਤੁਸੀਂ ਜਾ ਕੇ ਖੁਦ ਅਪਲਾਈ ਕਰਨਾ ਤੁਸੀਂ ਥੋੜਾ ਵੇਟ ਕਰਨਾ ਜਾਂ ਪੁੱਛ ਲੈਣਾ ਉਹਨਾਂ ਕੋਲ 에ਅਰਪੋਰਟ ਤੇ ਕਿ ਵੀ ਮੇਰਾ ਡਾਇਰੈਕਟ ਘਰ ਆਏਗਾ ਜਾਂ ਕੀ ਹੋਏਗਾ 8-10 ਦਿਨ 15 ਦਿਨ ਵੇਟ ਕਰਕੇ ਜਾਂ 10 ਦਿਨ ਵੇਟ ਕਰਕੇ ਤੁਸੀਂ ਸੋਸ਼ਲ ਸਿਕਿਉਰਿਟੀ ਆਫਿਸ ਚਲੇ ਜਾਓ ਅਪਾਇੰਟਮੈਂਟ ਬਣਾ ਕੇ ਜਾਣਾ ਜਾਂ ਵਾਕ-ਇਨ ਜੋ ਵੀ ਉੱਥੋਂ ਦਾ ਸਿਸਟਮ ਹੈ ਜਿਹੜੀ ਸਟੇਟ 'ਚ ਵੀ ਤੁਸੀਂ ਰਹਿੰਦੇ ਹੋ ਜਾ ਕੇ ਸੋਸ਼ਲ ਸਿਕਿਉਰਿਟੀ ਬਣਾ ਲਓ ਤਾਂ ਕਿ ਕਿਉਂਕਿ ਕਈ ਲੋਕ ਇੰਤਜ਼ਾਰ ਕਰਦੇ 2-2 ਮਹੀਨੇ ਲੰਘ ਜਾਂਦੇ ਨੇ ਉਹ ਆਉਂਦਾ ਹੀ ਨਹੀਂ ਫਿਰ 2 ਮਹੀਨੇ ਬਾਅਦ ਜਾ ਕੇ ਬਣਵਾਉਣ ਜਾਂਦੇ ਨੇ ਟਾਈਮ ਜ਼ਾਇਆ ਹੁੰਦਾ ਇਸ ਵਾਸਤੇ ਫਟਾਫਟ ਬਣਾ ਕੇ ਤੁਸੀਂ ਫਾਰਗ ਹੋ ਜਾਓ ਇਹ ਤੁਹਾਡਾ ਟੋਟਲ ਪ੍ਰੋਸੈਸ ਹੈ ਹੁਣ ਇੱਕ ਗੱਲ ਯਾਦ ਰੱਖੋ ਤੁਸੀਂ ਅਗਲਾ ਸਵਾਲ ਪੁੱਛਣਾ ਬੋਬੀ ਭਾਈ ਇਹਦੇ 'ਚ ਕਿੰਨਾ ਟਾਈਮ ਲੱਗਣਾ ਦੁਨੀਆ ਦਾ ਕੋਈ ਬੰਦਾ ਟਾਈਮ ਨਹੀਂ ਦੱਸ ਸਕਦਾ ਐਕਸਟਰਾ ਵੈਟਿੰਗ ਹੋ ਰਹੀ ਹੈ ਪੌਜ਼ ਲੱਗੇ ਨੇ ਪੂਰੀ ਦੁਨੀਆ ਦਾ ਪੌਜ਼ ਵੀ ਚੱਲ ਰਿਹਾ ਇਸ ਟਾਈਮ FBI ਦੀ ਚੈਕਿੰਗ ਹੋ ਰਹੀ ਹੈ ਪਾਕਿਸਤਾਨ ਬੰਗਲਾਦੇਸ਼ ਵਗੈਰਾ ਦਾ ਆਪਣਾ ਪੌਜ਼ ਚੱਲ ਰਿਹਾ ਹੈ ਐਕਸਟਰਾ ਵੈਟਿੰਗ ਦੀ ਵਜ੍ਹਾ ਨਾਲ ਵੈਸੇ ਕੇਸ ਲੇਟ ਨੇ ਇਹ ਸਾਰਾ ਕੰਮ ਵਾਲਦਿਆਂ ਦੇ ਵੀਜ਼ੇ ਦਾ 6 ਮਹੀਨੇ ਦਾ ਹੁੰਦਾ ਸੀ ਕੋਵਿਡ ਤੋਂ ਪਹਿਲੇ ਹੁਣ ਇਹ ਕੰਮ 1.5 ਸਾਲ ਤੇ ਚਲਾ ਗਿਆ ਹੈ ਲੇਕਿਨ ਜੇ ਤੁਸੀਂ ਮੈਨੂੰ ਕਹੋਗੇ 1.5 ਸਾਲ ਤੇ ਮੈਂ ਕਹਾਂਗਾ ਨਾ ਮੈਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਕੋਈ ਬੰਦਾ ਨਹੀਂ ਅਗਰ ਕੋਈ ਬੰਦਾ ਤੁਹਾਨੂੰ ਡੇਟ ਦਿੰਦਾ ਤਾਂ ਤੁਹਾਡੇ ਨਾਲ ਝੂਠ ਬੋਲਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਸੋ ਮਚ